ਆਪਾਂ ਸ਼ੁਰੂ ਕਰਦੇ ਆਪਣੀ ਵੀਡੀਓ। ਹਾਂਜੀ, ਅੱਜ ਆਪਾਂ ਕਰਾਂਗੇ ਫਸਟ ਏਡ ਜਾਨੀ ਮੁੱਢਲੀ ਸਹਾਇਤਾ। ਇਹਦੇ ਵਿੱਚ ਸਭ ਤੋਂ ਪਹਿਲਾ ਕੁਐਸਚਨ ਹੈਗਾ ਆ, ਮੁੱਢਲੀ ਸਹਾਇਤਾ ਤੋਂ ਕੀ ਭਾਵ ਹੈ। ਮੁੱਢਲੀ ਸਹਾਇਤਾ ਤੋਂ ਕੀ ਭਾਵ ਹੈ, ਠੀਕ ਹੈ, ਦੱਸਣਾ ਤੁਸੀਂ ਕੀ ਹੁੰਦਾ ਆ। ਮੁੱਢਲੀ ਸਹਾਇਤਾ ਮਤਲਬ ਦੁਰਘਟਨਾਗ੍ਰਸਤ ਵਿਅਕਤੀ ਨੂੰ ਹਾਦਸੇ ਤੋਂ ਤੁਰੰਤ ਬਾਅਦ ਅਤੇ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਕਿਸੇ ਮੁੱਢਲੇ ਸਹਾਇਕ ਵੱਲੋਂ ਦਿੱਤੀ ਜਾਣ ਵਾਲੀ ਸਹਾਇਤਾ ਨੂੰ ਮੁੱਢਲੀ ਸਹਾਇਤਾ ਕਿਹਾ ਜਾਂਦਾ। ਮੁੱਢਲੀ ਸਹਾਇਤਾ ਮਤਲਬ ਫਸਟ ਏਡ, ਠੀਕ ਹੈ। ਫਸਟ ਏਡ ਇਹ ਹੁੰਦਾ ਹੈ ਕਿ ਤੁਸੀਂ ਮੌਕੇ ਦੇ ਉੱਪਰ ਜੋ ਕਿਸੇ ਫੱਟੜ ਜਾਂ ਜੋ ਵੀ ਦੁਰਘਟਨਾ ਹੋਈ ਹੈ, ਉੱਥੇ ਕੋਈ ਵੀ ਐਕਸੀਡੈਂਟ ਹੋਇਆ, ਉੱਥੇ ਜਿਹੜਾ ਵਿਅਕਤੀ ਹੈ ਜ਼ਖਮੀ ਵਿਅਕਤੀ ਹੈ, ਤੁਸੀਂ ਜੋ ਵੀ ਉਹਨੂੰ ਸਹਾਇਤਾ ਦਿੰਦੇ ਹੋ ਉਹ ਮੁੱਢਲੀ ਸਹਾਇਤਾ ਹੁੰਦੀ ਹੈ। ਮਤਲਬ ਜਦੋਂ ਤੱਕ ਕੋਈ ਡਾਕਟਰੀ ਸਹਾਇਤਾ ਉਸ ਤੱਕ ਉੱਥੇ ਪਹੁੰਚਦੀ ਨਹੀਂ ਹੈਗੀ, ਉਦੋਂ ਤੱਕ ਆਪਾਂ ਵਿਅਕਤੀ ਨੂੰ ਜਿਹੜੀ ਵੀ ਸਹਾਇਤਾ ਦਿੰਦੇ ਹਾਂ ਉਹ ਮੁੱਢਲੀ ਸਹਾਇਤਾ ਹੁੰਦੀ ਹੈ, ਠੀਕ ਹੈ। ਅਗਲਾ ਹੈਗਾ ਜੀ, ਜੇ ਕੋਈ ਵਿਅਕਤੀ ਬਿਮਾਰ ਹੋ ਜਾਵੇ ਤਾਂ ਤੁਸੀਂ ਕੀ ਕਰੋਗੇ। ਕੀ ਕਰੋਗੇ ਜੀ, ਅਗਰ ਕੋਈ ਬਿਮਾਰ ਹੋ ਜਾਂਦਾ ਹੈ ਆਪਾਂ ਉਹਦੀ ਜਾਂਚ ਕਰਦੇ ਹਾਂ, ਠੀਕ ਹੈ, ਮਰੀਜ਼ ਦੀ। ਮਤਲਬ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਮਰੀਜ਼ ਹੈ ਉਸਨੂੰ ਕੀ ਤਕਲੀਫ ਹੈ, ਕੀ ਬਿਮਾਰੀ ਹੈ, ਕਿਹੜੀ ਬਿਮਾਰੀ ਹੈ, ਠੀਕ ਹੈ। ਅਗਰ ਤੁਹਾਨੂੰ ਇਸ ਚੀਜ਼ ਦੀ ਜਾਣਕਾਰੀ ਹੈ ਤਾਂ ਤੁਸੀਂ ਉਸ ਦੀ ਜਾਂਚ ਕਰ ਸਕਦੇ ਹੋ, ਅਤੇ ਉਸ ਤੋਂ ਇਲਾਵਾ ਤੁਸੀਂ ਉਹਨੂੰ ਇਮੋਸ਼ਨਲ ਸਪੋਰਟ ਕਹਿੰਦੇ, ਜਿਹਨੂੰ ਆਪਾਂ ਜਿਵੇਂ ਕਿ ਉਹਨੂੰ ਸੰਭਾਲ ਸਕਦੇ ਹੋ, ਤੁਸੀਂ ਦਿਲਾਸਾ ਦੇ ਸਕਦੇ ਹੋ, ਅਤੇ ਉਸ ਤੋਂ ਬਾਅਦ ਉਸਨੂੰ ਡਾਕਟਰ ਕੋਲ ਲੈ ਕੇ ਜਾ ਸਕਦੇ ਹੋ, ਠੀਕ ਹੈ। ਇਹ ਚੀਜ਼ਾਂ ਆਪਾਂ ਕਰ ਸਕਦੇ ਹਾਂ। ਉਸ ਤੋਂ ਬਾਅਦ ਅਗਲਾ ਹੈਗਾ ਜੀ, ਮੁੱਢਲੀ ਸਹਾਇਤਾ ਦੀ ਜ਼ਰੂਰਤ ਕਦੋਂ ਕਦੋਂ ਪੈ ਸਕਦੀ ਹੈ। ਦੇਖੋ, ਮੁੱਢਲੀ ਸਹਾਇਤਾ ਦੀ ਜ਼ਰੂਰਤ ਕਦੋਂ ਪੈ ਸਕਦੀ ਹੈ, ਮਤਲਬ ਕਿਸੇ ਵੀ ਟਾਈਮ ਪੈ ਸਕਦੀ ਹੈ, ਕਿਸੇ ਵੀ ਸਮੇਂ 'ਤੇ, ਠੀਕ ਹੈ। ਮੁੱਢਲੀ ਸਹਾਇਤਾ ਆਪਾਂ ਨੂੰ ਦੇਣੀ ਪੈ ਸਕਦੀ ਹੈ। ਜਿਵੇਂ ਕਿ ਤੁਸੀਂ ਸੜਕ 'ਤੇ ਜਾਂਦੇ ਹੋ ਤਾਂ ਹੋ ਸਕਦਾ ਉੱਥੇ ਕੋਈ ਐਕਸੀਡੈਂਟ ਹੋਇਆ ਹੋਵੇ ਅਤੇ ਤੁਸੀਂ ਸਭ ਤੋਂ ਪਹਿਲਾਂ ਮਤਲਬ ਪਹੁੰਚੇ ਹੋਏ ਹੋ ਉੱਥੇ, ਅਤੇ ਤੁਹਾਨੂੰ ਉਹ ਜਿਹੜੀ ਮੁੱਢਲੀ ਸਹਾਇਤਾ ਹੈ ਉਹ ਦੇਣੀ ਪੈ ਸਕਦੀ ਹੈ। ਇਸ ਤੋਂ ਇਲਾਵਾ ਕੋਈ ਦਿਨ ਹੋ ਸਕਦਾ ਆ, ਰਾਤ ਹੋ ਸਕਦੀ ਹੈ, ਠੀਕ ਹੈ। ਅਤੇ ਇਸ ਤੋਂ ਇਲਾਵਾ ਕੋਈ ਆਦਮੀ ਗੰਭੀਰ ਬਿਮਾਰ ਹੋ ਸਕਦਾ ਆ, ਕੋਈ ਫਸਟ ਏਡ ਦੇਣੀ ਪੈ ਜਾਂਦੀ ਹੈ ਆਪਾਂ ਨੂੰ, ਕੋਈ CPR ਦੇਣਾ ਪੈ ਜਾਂਦਾ, ਠੀਕ ਹੈ। ਇਹ ਇਸ ਲਈ ਇਹਦੇ ਵਿੱਚ ਆਨਸਰ ਲਿਖਿਆ, ਆਧੁਨਿਕ ਜੀਵਨ ਵਿੱਚ ਕੋਈ ਵੀ ਕੰਮ ਖਤਰਾ ਰਹਿਤ ਅਤੇ ਸੁਰੱਖਿਅਤ ਨਹੀਂ ਹੈ, ਇਸ ਲਈ ਕਿਸੇ ਸਮੇਂ ਵੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੀ ਜ਼ਰੂਰਤ ਪੈ ਸਕਦੀ ਹੈ, ਠੀਕ ਹੈ। ਕਿਸੇ ਵੀ ਟਾਈਮ 'ਤੇ, ਠੀਕ ਹੈ, ਕਦੋਂ ਵੀ ਪੈ ਸਕਦੀ ਹੈ ਜ਼ਰੂਰਤ, ਅਤੇ ਤੁਸੀਂ ਪ੍ਰੋਵਾਈਡ ਕਰ ਸਕਦੇ ਹੋ ਫਸਟ ਏਡ ਬੰਦੇ ਨੂੰ। ਅਗਲਾ ਪ੍ਰਸ਼ਨ ਹੈ ਜੀ, ਕੀ ਮੁੱਢਲੀ ਸਹਾਇਤਾ ਡਾਕਟਰੀ ਸਹਾਇਤਾ ਨੂੰ ਕਿਹਾ ਜਾਂਦਾ ਹੈ। ਦੇਖੋ, ਅਗਰ ਤੁਸੀਂ ਜਾਣਦੇ ਹੋ ਕਿ ਡਾਕਟਰੀ ਸਹਾਇਤਾ ਕੀ ਹੁੰਦੀ ਹੈ, ਮੁੱਢਲੀ ਸਹਾਇਤਾ ਕੀ ਹੁੰਦੀ ਹੈ, ਤਾਂ ਤੁਸੀਂ ਇਹਦੇ ਵਿੱਚ ਕਨਫਿਊਜ਼ ਨਹੀਂ ਹੋਵੋਗੇ। ਦੇਖੋ, ਡਾਕਟਰੀ ਸਹਾਇਤਾ ਦਾ ਮਤਲਬ ਤਾਂ ਇਹ ਹੈ ਕਿ ਜੋ ਸਹਾਇਤਾ ਡਾਕਟਰ ਵੱਲੋਂ ਦਿੱਤੀ ਜਾਂਦੀ ਹੈ। ਡਾਕਟਰ ਆਪਣੀ ਜੋ ਵੀ ਉਹਦੇ ਕੋਲ ਦਵਾਈਆਂ ਹੁੰਦੀਆਂ ਨੇ, ਜੋ ਵੀ, ਠੀਕ ਹੈ, ਟੀਕਾ ਹੁੰਦਾ ਆ, ਕੁਛ ਵੀ, ਜਾਂ ਉਹਨੇ ਪੱਟੀਆਂ ਕਰਨੀਆਂ ਨੇ, ਜਾਂ ਆਪਣੀ ਪੜ੍ਹਾਈ ਕੀਤੀ ਹੋਈ ਹੈ ਜਿਹੜੀ, ਉਹਦੇ ਹਿਸਾਬ ਨਾਲ ਜੋ ਵੀ ਸਹਾਇਤਾ ਦਿੰਦਾ, ਠੀਕ ਹੈ, ਉਹ ਡਾਕਟਰੀ ਸਹਾਇਤਾ ਹੁੰਦੀ ਹੈ। ਮੁੱਢਲੀ ਸਹਾਇਤਾ ਦਾ ਮਤਲਬ ਹੈਗਾ ਜੀ ਕਿ ਤੁਸੀਂ ਫਸਟ ਏਡ ਦੇਣੀ ਹੈ, ਮਤਲਬ ਤੁਸੀਂ ਮੌਕੇ ਦੇ ਉੱਪਰ ਤੁਸੀਂ ਜਿਹੜੀ ਬੰਦੇ ਦੀ ਸਹਾਇਤਾ ਕਰਦੇ ਹੋ, ਜਿਵੇਂ ਮੰਨ ਲਓ ਉਹਦੇ ਸੱਟ ਲੱਗੀ ਹੈ ਬਹੁਤ ਜ਼ਿਆਦਾ ਅਤੇ ਉਹਦੇ ਬਹੁਤ ਜ਼ਿਆਦਾ ਖੂਨ ਵਹਿ ਰਿਹਾ, ਤਾਂ ਤੁਸੀਂ ਉਸਨੂੰ ਖੂਨ ਨੂੰ ਕਿਵੇਂ ਰੋਕਣਾ, ਠੀਕ ਹੈ। ਮੌਕੇ 'ਤੇ ਤਾਂ ਡਾਕਟਰ ਹੁੰਦਾ ਨਹੀਂ ਹੈਗਾ, ਅਤੇ ਜਿਹੜਾ ਬੰਦਾ ਉੱਥੇ ਪ੍ਰੈਜ਼ੈਂਟ ਹੋਊਗਾ, ਜਿਹੜਾ ਬੰਦਾ ਉੱਥੇ ਖੜਾ ਹੋਊਗਾ, ਉਹ ਮੁੱਢਲੀ ਸਹਾਇਤਾ ਦੇਊਗਾ, ਤਾਂ ਉਹ ਖੂਨ ਨੂੰ ਰੋਕ ਸਕਦਾ ਹੈ, ਠੀਕ ਹੈ। ਕਿਵੇਂ ਵੀ ਕਰਕੇ ਪ੍ਰੈਸ਼ਰ ਪਾ ਕੇ ਸੱਟ ਦੇ ਉੱਪਰ, ਠੀਕ ਹੈ, ਉਹ ਖੂਨ ਨੂੰ ਰੋਕੂਗਾ, ਉਹ ਹੁੰਦੀ ਹੈ ਮੁੱਢਲੀ ਸਹਾਇਤਾ, ਠੀਕ ਹੈ। ਮੁੱਢਲੀ ਸਹਾਇਤਾ ਡਾਕਟਰੀ ਸਹਾਇਤਾ ਨਹੀਂ ਹੁੰਦੀ, ਇਹ ਦੁਰਘਟਨਾਗ੍ਰਸਤ ਵਿਅਕਤੀ ਦੀ ਜਾਨ ਬਚਾਉਣ ਦਾ ਉਪਰਾਲਾ ਹੁੰਦਾ ਹੈ, ਠੀਕ ਹੈ ਜੀ। ਅਗਲਾ ਪ੍ਰਸ਼ਨ ਹੈ, ਕੀ ਹਰ ਵਿਅਕਤੀ ਮੁੱਢਲੀ ਸਹਾਇਤਾ ਦੇਣ ਦਾ ਕੰਮ ਕਰ ਸਕਦਾ ਹੈ। ਦੇਖੋ, ਹਰ ਵਿਅਕਤੀ ਕਰ ਵੀ ਸਕਦਾ, ਨਹੀਂ ਵੀ ਕਰ ਸਕਦਾ, ਇਹ ਡਿਪੈਂਡ ਕਰਦਾ ਥੋੜੀ ਜਾਣਕਾਰੀ ਦੇ ਉੱਪਰ। ਅਗਰ ਤੁਸੀਂ ਇੰਨੇ ਕੁ ਕਾਬਿਲ ਹੋ ਕਿ ਤੁਹਾਨੂੰ ਪਤਾ ਹੈ ਕਿ ਮੁੱਢਲੀ ਸਹਾਇਤਾ ਕੀ ਹੁੰਦੀ ਹੈ ਅਤੇ ਕਿਵੇਂ ਦੇਣੀ ਹੈ, ਠੀਕ ਹੈ, ਮੌਕੇ ਦੇ ਉੱਪਰ ਅਗਰ ਤੁਸੀਂ ਆਪਣੀ ਚੁਸਤੀ ਦਿਖਾਉਂਦੇ ਹੋ, ਠੀਕ ਹੈ, ਆਪਣਾ ਦਿਮਾਗ ਵਰਤਦੇ ਹੋ, ਤਾਂ ਤੁਸੀਂ ਮੁੱਢਲੀ ਸਹਾਇਤਾ ਦੇ ਸਕਦੇ ਹੋ। ਇਹਦੇ ਵਿੱਚ ਆਨਸਰ ਲਿਖਿਆ, ਹਰ ਕੋਈ ਮੁੱਢਲੀ ਸਹਾਇਤਾ ਨਹੀਂ ਦੇ ਸਕਦਾ। ਦੇਖੋ, ਹਰ ਕੋਈ ਮੁੱਢਲੀ ਸਹਾਇਤਾ ਨਹੀਂ ਦੇ ਸਕਦਾ, ਇਹ ਤਾਂ ਲਿਖਿਆ ਕਿਉਂਕਿ ਹਰ ਇੱਕ ਬੰਦੇ ਨੂੰ ਜਿਹੜੀ ਹੈਗੀ ਉਹ ਜਾਣਕਾਰੀ ਨਹੀਂ ਹੁੰਦੀ ਕਿ ਮੌਕੇ ਦੇ ਉੱਪਰ ਕੀ ਕਰਨਾ। ਮੁੱਢਲੀ ਸਹਾਇਤਾ ਲਈ ਅਣਥੱਕ, ਸਮਝਦਾਰ, ਫੁਰਤੀਲੇ, ਜੁਗਤੀ ਅਤੇ ਸਿੱਖੇ ਹੋਏ ਵਿਅਕਤੀ ਦੀ ਜ਼ਰੂਰਤ ਹੁੰਦੀ ਹੈ। ਦੇਖੋ,
ठीक है। ਇਹਦੇ ਵਿੱਚ ਇਹ ਹੈ ਕਿ ਬੰਦਾ ਸੂਝਵਾਨ ਹੋਵੇ, ਉਹਨੂੰ ਪਤਾ ਹੋਵੇ, ठीक है, मौके ਦੇ ਉੱਪਰ ਕਰਨਾ ਕੀ ਹੈ ਉਹ ਬੰਦਾ ਦੇ ਸਕਦਾ है। पर आम ਬੰਦਾ ਜਿਹਨੂੰ नहीं पता, नॉलेज नहीं हैगी कोई भी चीज़ ਦੀ, ठीक है, ਮੁੱਢਲੀ ਸਹਾਇਤਾ ਹੁੰਦੀ ਕੀ ਹੈ, ਆਪਾਂ ਕਰਨਾ ਕੀ ਹੈ ਉਸ टाइम, ਉਹ ਬੰਦਾ नहीं दे सकता। ठीक है। अगला प्रश्न है जी, रोगी डॉक्टर कोल पहुँचाउण तो बाद मुढ़ले सहायक दा फर्ज की है। देखो फर्ज की हुंदा है, सब तो पहला तो फर्ज हैगा कि उन्हें उन्होंने मुढ़ली सहायता देनी है। ठीक है। फिर उस तो बाद उन्हें उन्होंने जो भी फर्स्ट एड देने तो बाद डॉक्टर को लैके जाना है। डॉक्टर को लैके जाने तो बाद की करना है, घर वालियां नूं सूचना देनी है। ठीक है। घर वाले नूं सूचना आपां देवांगे कि तुहाडा जिहड़ा इह हैगा आ घर दा मैंबर ਇਹਦੇ सट लगी है ਜਾਂ ਇਹ ਐਵੇਂ कोई भी अटैक आ गया, कुछ भी हो सकता। ठीक है। बंदे नूं आपां दसना है ताकि ਉਹ ਤੇ दसना भी इस हिसाब नाल हुंदा कि ਉਹ घबराउण ना। ठीक है। ਤੁਹਾਡਾ भी भाई ਇਹ ਜਿਹੜਾ ਵਿਅਕਤੀ ਹੈ ਇਹ ਇਸ ਹਸਪੀਟਲ ਦੇ ਵਿੱਚ ਦਾਖਲ ਹੈ ਤੇ ਤੁਸੀਂ ਆ ਜਾਓ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਜੀ, ਮੁੱਢਲੀ ਸਹਾਇਤਾ ਦਾ ਉਦੇਸ਼ ਕੀ ਹੈ। देखो उद्देश तो थोड़ा पता होना चाहिए कि आप मुढ़ली सहायता देंदे क्यों आ। मान लो तुसी मौके दे उपर पहुंच गए हो, मुढ़ली सहायता देनी है, तुसी क्यों दिंदे हो। मेन आप दिंदे आ उसकी जान बचाउण लई, रोगी की जान बचाउण लई आप मुढ़ली सहायता दिंदे आ। ठीक है। फटड़ जां रोगी की हालत नूं खराब होण तो रोकना अते उसकी जान बचाउणा इहदे मुख उद्देश हुंदे ने। अगला प्रश्न है जी, मुढ़ली सहायता दे कोई दो नियम दसो। मतलब मुढ़ली सहायता के दो नियम का मतलब हैगा कि तुसी करना की है जो मुढ़ली सहायता दे रहे हो। ये तुसी सब तो पहला देखना है कि जिहड़ा मरीज़ है या जिहड़ा भी कोई भी व्यक्ति है जिन्होंने मुढ़ली सहायता तुसी दे रहे हो, ठीक है, उन्होंने होया की है, उहदे आपां शरीर की जांच करांगे, सिर तो लैके पैरां तक उन्होंने देखांगे कि अगर वो कोई रोड साइड एक्सीडेंट है तो उहदे विच कोई हो सकता सट लगी होवे, कोई डूंगी सट लगी होवे। ठीक है। वो देखना है। उस तो बाद सब तो वध खतरनाक चोट वल ध्यान दोगे। फिर हो सकता है बहुत सारे सट्टा लगिया होण तां तुसीं देखना कि सब तो डूंगी या सब तो वध खतरनाक जिहदे करके उहदी जान नूं नुकसान हो सकता है, वो वाली सट वल ध्यान देना। पहला आपां उत्थे ध्यान देना, उहनूं फर्स्ट एड दे अकॉर्डिंग ठीक है ट्रीटमेंट करना है जो भी तुसीं कर सकदे हो। उस तो बाद बाकी छोटियां सट्टां दे उपर ध्यान देना। जी अगला प्रश्न है, जे दुर्घटना सड़क ते होई होवे तां मुढ़ले सहायक नूं की करना चाहिए। देखो सड़क ते दुर्घटना होई होवे दा मतलब यह है कि जिहड़ा व्यक्ति होएगा वह गंभीर रूप विच जख्मी भी हो सकता है घट सट लगी होवे पर बंदा वैसे ही घबराया होया हुंदा है। ठीक है। इसलिए सब तो जरूरी काम हैगा तुसीं उत्थे लोकां दी भीड़ नहीं इकट्ठी होण देनी। ठीक है। मरीज़ दे आले दुआले क्यों, क्योंकि अगर उहदे डूंगी सट लगी हुई है तो वह खून बहुत ज़्यादा बह रहा उहदे करके। ठीक है। वह पेशेंट जिहड़ा मरीज़ हुंदा शौक दे विच हुंदा ते उपर दी जिहड़ा उहनूं साह लैण दे विच भी तकलीफ हो रही हुंदी है। साह लैण दे विच तकलीफ होण कारण अगर आप उत्थे आले दुआले भीड़ इकट्ठी करांगे तो मरीज़ नूं जिहड़ी साह लैण दे विच दिक्कत ज़्यादा होएगी। इसलिए आपां की करना है, उहनूं खुली हवा दे विच रखना है। ठीक है। लोकां दी भीड़ तो दूर रखना है मरीज़ नूं। उस तो बाद अगला प्रश्न है जी, सड़क ते दुर्घटना होने ते मुढ़ले सहायक का सब तो पहला की काम होवेगा। अगर सड़क ते दुर्घटना हो गई है तो पहला काम की करना है, वही सेम चीज़ आ जानी है जी। ठीक है। इहदे विच सब तो वध खतरनाक चोट की भाल करनी है। तुसीं देखना है कि उहदे सट किन्नी क लगी है, कित्थे लगी है ते ठीक है ज़्यादा खून तो नहीं ज़्यादा तेज़ी नाल वह रहा या कुछ भी। तुसीं उह चीज़ां दा ध्यान रख के सब तो पहला खतरनाक चोट वल ध्यान देना। उस तो अगला हैगा जी, मुढ़ली सहायता कदों तक दिंदे रहना चाहिए। मतलब तुसी फर्स्ट एड कदों तक देनी है, उदों तक देनी है जो तक तुहाडे कोले कोई दूसरी सहायता पहुँच ना जाए। दूसरी सहायता मतलब कोई डॉक्टरी सहायता पहुँच ना जाए। मान लो एंबूलेंस, ठीक है, या कोई होर एक्सपर्ट बंदा जिहड़ा भी जानदा है उस टाइम मुढ़ली सहायता किवें देनी है उहनूं तुसी पेशेंट नूं दे सकदे हो। ठीक है। संभाल सकदा वो पेशेंट, तां तुसी उदों तक उहनूं सहायता दिंदे रहना है। अगला प्रश्न है जी, बनौटी साह देण दे दो ढंग लिखो। इन्हां दो के है, आप सारे ढंग दसांगे। बनौटी साह की हुंदा है, जदों इंसान या व्यक्ति जिहड़ा भी
बीमार सी ਜਾਂ ਜੋ ਵੀ ਜਿਹੜਾ ਵੀ ਜਿਹਦੇ ਵੀ ਐਕਸੀਡੈਂਟ ਹੋ ਗਿਆ ਜਿਹਨੂੰ ਆਪਾਂ ਮੁੱਢਲੀ ਸਹਾਇਤਾ ਦੇਣੀ ਹੈ ਉਹਨੂੰ ਮੰਨ ਲਓ ਸਾਹ ਨਹੀਂ ਆ ਰਿਹਾ ਠੀਕ ਹੈ ਉਹਦਾ ਸਾਹ ਬੰਦ ਹੋ ਗਿਆ ਤਾਂ ਤੁਸੀਂ ਬਨੌਟੀ ਸਾਹ ਦੇਣਾ ਹੈ ਕੁਦਰਤੀ ਤੌਰ ਤੇ ਸਾਹ ਬੰਦ ਹੋ ਗਿਆ ਤਾਂ ਆਪਾਂ ਬਨੌਟੀ ਜਾਂ ਆਰਟੀਫੀਸ਼ੀਅਲ ਕਹਿੰਦੇ ਆਪਾਂ ਠੀਕ ਹੈ ਬਰੀਥਿੰਗ ਬਨੌਟੀ ਸਾਹ ਦੇਣਾ ਆ ਉਹਦੇ ਵਿੱਚ ਤੁਸੀਂ ਕਿਵੇਂ ਕਿਹੜੇ ਢੰਗ ਨੇ ਕਿਵੇਂ ਕਿਹੜੇ ਟੈਕਨੀਕਸ ਨੇ ਤੁਸੀਂ ਯੂਜ਼ ਕਰ ਸਕਦੇ ਹੋ ਵਰਤ ਸਕਦੇ ਹੋ ਦੇਖੋ ਸਭ ਤੋਂ ਪਹਿਲੀ ਹੈਗੀ ਸ਼ੈਫਰ ਦਾ ਟੰਗ ਸ਼ੈਫਰ ਸਾਰੇ ਇੰਗਲਿਸ਼ ਦੇ ਵਿੱਚ ਠੀਕ ਹੈ ਨੇਮ ਨੇ ਇਹਨਾਂ ਦੇ ਸ਼ੈਫਰ ਦਾ ਟੰਗ ਸਿਲਵੈਸਟਰ ਦਾ ਟੰਗ ਹੋਲਗਰ ਟੰਗ ਠੀਕ ਹੈ ਮੂੰਹ ਦੁਆਰਾ ਸਾਹ ਦੇਣ ਦਾ ਟੰਗ ਇਹ ਚਾਰ ਨੇ ਜੀ ਮੇਨ ਇਹਦੇ ਅਗਰ ਤੁਹਾਨੂੰ ਕੋਈ ਇਹਨਾਂ ਚੋਂ ਕੋਈ ਵੀ ਉੱਥੇ ਆਪਸ਼ਨ ਦੇ ਵਿੱਚ ਆਉਂਦਾ ਤਾਂ ਤੁਸੀਂ ਦੱਸ ਸਕਦੇ ਹੋ ਕਿ ਇਹ ਚਾਰਾਂ ਦੇ ਵਿੱਚੋਂ ਕਿਹੜਾ ਸਹੀ ਹੈ ਇਹ ਸਾਰੇ ਸਹੀ ਨੇ ਆਪਸ਼ਨਸ ਹੋਰ ਅਲੱਗ-ਅਲੱਗ ਆਉਣਗੀਆਂ ਹੋ ਸਕਦਾ ਕੁਝ ਗਲਤ ਆਪਸ਼ਨਸ ਦਿੱਤੀਆਂ ਹੋਣ ਠੀਕ ਹੈ ਇਹ ਸਾਰੀਆਂ ਇਹਦੀਆਂ ਇਹਦੇ ਢੰਗ ਨੇ ਦੇਖੋ ਇਹਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਦਿੱਤਾ ਜਾਂਦਾ ਸਾਹ ਜਿਵੇਂ ਕਿ ਸ਼ੈਫਰ ਦੇ ਢੰਗ ਦੇ ਵਿੱਚ ਹੁੰਦਾ ਕਿ ਮਰੀਜ਼ ਨੂੰ ਉਹਦੇ ਪੇਟ ਦੇ ਵੱਲ ਲਿਟਾਇਆ ਜਾਂਦਾ ਤੇ ਉਹਦੀ ਇੱਕ ਬਾਹ ਉਹਦੇ ਸਿਰ ਦੇ ਉੱਪਰ ਦੀ ਕਰਕੇ ਦੂਸਰੀ ਬਾਹ ਨੀਚੋਂ ਦੀ ਠੀਕ ਹੈ ਕੂਹਣੀ ਦੇ ਉੱਪਰ ਮੋੜ ਕੇ ਉਹਦਾ ਮੂੰਹ ਉਹਦੇ ਰੱਖਣਾ ਹੈ ਬਾਹ ਦੇ ਉੱਪਰ ਫਿਰ ਉਸ ਤੋਂ ਬਾਅਦ ਉਹਨੂੰ ਥੋੜਾ ਜਿਹਾ ਮੂੰਹ ਨੂੰ ਪਿੱਛੇ ਨੂੰ ਕਰਕੇ ਉਹਨੂੰ ਸਾਹ ਦੇਣਾ ਆ ਮਤਲਬ ਸਾਹ ਆਪੇ ਆਏਗਾ ਕਿਉਂਕਿ ਉਹਦੇ ਨਾਲ ਉਹਦਾ ਜਿਹੜਾ ਜਦੋਂ ਤੁਸੀਂ ਇਹਦਾ ਮੂੰਹ ਉੱਪਰ ਨੂੰ ਕਰੋਗੇ ਤੇ ਪੇਟ ਦੇ ਵੱਲ ਹੋਏਗਾ ਉਹਦੇ ਨਾਲ ਕੀ ਹੋਏਗਾ ਜਿਹੜਾ ਉਹਦਾ ਸਾਹ ਨਲੀ ਆ ਉਹ ਖੁੱਲ ਜੇਗੀ ਠੀਕ ਹੈ ਸਾਹ ਨਲੀ ਖੁੱਲਣ ਨਾਲ ਉਹਨੂੰ ਸਾਹ ਆਏਗਾ ਦੂਸਰਾ ਸਿਲਵੈਸਟਰ ਦਾ ਢੰਗ ਹੈ ਇਹਦੇ ਵਿੱਚ ਦੇਖੋ ਕੀ ਹੁੰਦਾ ਕਿ ਤੁਸੀਂ ਮਰੀਜ਼ ਨੂੰ ਉਹਦੀ ਮਤਲਬ ਬੈਕ ਦੇ ਢੂਹੀ ਦੇ ਵੱਲ ਲਿਟਾਉਣਾ ਆ ਢੂਹੀ ਦੇ ਵੱਲ ਲਿਟਾ ਕੇ ਫਿਰ ਉਸ ਤੋਂ ਬਾਅਦ ਉਹਦੇ ਜਿਹੜਾ ਉਹਦਾ ਮੂੰਹ ਹੁੰਦਾ ਆ ਉਹਨੂੰ ਥੋੜਾ ਉੱਪਰ ਵੱਲ ਨੂੰ ਕਰੋਗੇ ਮੂੰਹ ਨੂੰ ਉੱਪਰ ਵੱਲ ਨੂੰ ਕਰਨ ਨਾਲ ਕੀ ਹੋਏਗਾ ਉਹਦੀ ਸਾਹ ਨਲੀ ਖੁੱਲ ਜੇਗੀ ਜਾਂ ਤੁਸੀਂ ਕਹਿ ਸਕਦੇ ਹੋ ਕਿ ਇਹਦੇ ਵਿੱਚ ਤੁਸੀਂ ਉਹਦੀਆਂ ਬਾਹਾਂ ਨੂੰ ਵੀ ਪਿੱਛੇ ਨੂੰ ਕਰਨਾ ਹੁੰਦਾ ਠੀਕ ਹੈ ਫਿਰ ਉਸ ਤੋਂ ਬਾਅਦ ਹੁੰਦਾ ਹੋਲਗਰ ਟੰਗ ਇਹਦੇ ਵਿੱਚ ਤੁਸੀਂ ਮਰੀਜ਼ ਨੂੰ ਸਿੱਧਾ ਲਿਟਾ ਕੇ ਉਹਦੀ ਛਾਤੀ ਦੇ ਉੱਪਰ ਦਬਾਅ ਪਾਉਣਾ ਹੁੰਦਾ ਇਹਦੇ ਨਾਲ ਵੀ ਸਾਹ ਆ ਜਾਂਦਾ ਮੂੰਹ ਦੁਆਰਾ ਸਾਹ ਲੈਣ ਦਾ ਢੰਗ ਇਹਦੇ ਵਿੱਚ ਆਪਾਂ ਅਗਰ ਆਪਣੇ ਕੋਲੇ ਕੋਈ ਵੀ ਟੈਕਨੀਕ ਆਪਾਂ ਨਹੀਂ ਪਤਾ ਸਿੱਧਾ ਆਪਾਂ ਮੂੰਹ ਨਾਲ ਸਾਹ ਦਿੰਨੇ ਆ ਠੀਕ ਹੈ CPR ਦੇ ਵਿੱਚ ਇਹ ਬਹੁਤ ਟੈਕਨੀਕ ਯੂਜ਼ ਕੀਤੀ ਜਾਂਦੀ ਹੈ ਜਦੋਂ ਆਪਣੇ ਕੋਲੇ ਕੋਈ ਚੀਜ਼ ਜਾਂ ਕੋਈ ਇਕਵਿਪਮੈਂਟ ਜਿਹੜਾ ਵੀ ਆਪਾਂ ਯੂਜ਼ ਕਰਦੇ ਆ ਉਹ ਨਹੀਂ ਹੁੰਦਾ ਠੀਕ ਹੈ ਜੀ ਅਗਲਾ ਹੈ ਜੀ ਬਨੌਟੀ ਸਾਹ ਦੇਣ ਵਾਲੇ ਰੋਗੀ ਦੇ ਸਰੀਰ ਤੇ ਦਬਾਅ ਕਿਉਂ ਪਾਇਆ ਜਾਂਦਾ ਦੇਖੋ ਬਨੌਟੀ ਸਾਹ ਦਿੰਨੇ ਆ ਜਦੋਂ ਆਪਾਂ ਉਸ ਵਿਅਕਤੀ ਦੇ ਸਰੀਰ ਦੇ ਉੱਪਰ ਦਬਾਅ ਕਿਉਂ ਪਾਉਂਦੇ ਆ ਉਹਨੂੰ ਸਾਹ ਦਬਾਉਣ ਵਾਸਤੇ ਸਾਹ ਕਿਵੇਂ ਆਊਗਾ ਜੇ ਉਹਦੀ ਸਾਹ ਕਿਰਿਆ ਜਿਹੜੀ ਹੈਗੀ ਉਹ ਸ਼ੁਰੂ ਹੋਊਗੀ ਸਾਹ ਕਿਰਿਆ ਕਿਵੇਂ ਸ਼ੁਰੂ ਹੋਊਗੀ ਅਗਰ ਉਹਦੇ ਫੇਫੜਿਆਂ ਦੇ ਵਿੱਚ ਹਵਾ ਦਾ ਠੀਕ ਹੈ ਨਿਕਾਸ ਹੋਊਗਾ ਤੇ ਨਵੀਂ ਹਵਾ ਜਿਹੜੀ ਬਾਹਰਲੀ ਹਵਾ ਆਕਸੀਜਨ ਵਾਲੀ ਹਵਾ ਅੰਦਰ ਜਾਊਗੀ ਤਾਂ ਸਾਹ ਕਿਰਿਆ ਸ਼ੁਰੂ ਹੋਊਗੀ ਦੇਖੋ ਫੇਫੜਿਆਂ ਦਬਾਅ ਪਾਉਣ ਨਾਲ ਫੇਫੜਿਆਂ ਵਿੱਚੋਂ ਹਵਾ ਬਾਹਰ ਨਿਕਲ ਜਾਂਦੀ ਹੈ ਇਹ ਸਾਹ ਬਾਹਰ ਕੱਢਣ ਦੀ ਕਿਰਿਆ ਹੈ ਠੀਕ ਹੈ ਸਾਹ ਬਾਹਰ ਕੱਢਾਂਗੇ ਤਾਂ ਹੀ ਸਾਹ ਮੁੜ ਅੰਦਰ ਲੈਣ ਦੀ ਕੋਸ਼ਿਸ਼ ਕਰੂਗਾ ਉਹ ਮਰੀਜ਼ ਜਾਂ ਆਪਾਂ ਜੋ ਵੀ ਆਪਾਂ ਕਿਸੇ ਚੀਜ਼ ਦੇ ਨਾਲ ਜਿਵੇਂ ਆਪਾਂ ਜਿਹੜੇ ਉੱਪਰ ਢੰਗ ਪੜੇ ਸੀਗੇ ਇਹਨਾਂ ਦੇ ਦੁਆਰਾ ਸਾਹ ਦਵਾਂਗੇ ਤਾਂ ਇਹਦੇ ਨਾਲ ਬਨੌਟੀ ਸਾਹ ਮਰੀਜ਼ ਨੂੰ ਆਏਗਾ ਅਗਲਾ ਪ੍ਰਸ਼ਨ ਹੈ ਜੀ ਮੁੱਢਲੀ ਸਹਾਇਤਾ ਦੇਣ ਵਾਲੇ ਨੂੰ ਜ਼ਖਮੀ ਨੂੰ ਨੇੜੇ ਦੇ ਕਿਸ ਹਸਪਤਾਲ ਵਿੱਚ ਪਹੁੰਚਾਉਣ ਲਈ ਕਿਹੜੇ ਨੰਬਰ ਤੇ ਫੋਨ ਕਰਨਾ ਚਾਹੀਦਾ ਮਤਲਬ ਜਿਹੜਾ ਬੰਦਾ ਮੁੱਢਲੀ ਸਹਾਇਤਾ ਦੇ ਰਿਹਾ ਹੈ ਉਸਨੇ ਕਿਸ ਨੰਬਰ ਤੇ ਫੋਨ ਕਰਨਾ ਹੈ ਤਾਂ ਕਿ ਆਪਾਂ ਜ਼ਖਮੀ ਨੂੰ ਨੇੜੇ ਦੇ ਹਸਪਤਾਲ ਵਿੱਚ ਪਹੁੰਚਾ ਸਕੀਏ ਸਾਰਿਆਂ ਨੂੰ ਕੁਐਸਚਨ ਦਾ ਆਨਸਰ ਪਤਾ ਹੀ ਹੋਣਾ ਜੀ ਇਹਦਾ ਆਨਸਰ 108 ਹੈ ਅਗਲਾ ਪ੍ਰਸ਼ਨ ਹੈ ਜੀ ਮੁੱਢਲੀ ਸਹਾਇਤਾ ਦਾ ਮੁੱਖ ਉਦੇਸ਼ ਕੀ ਹੈ ਦੇਖੋ ਹੁਣ ਤੱਕ ਤੁਸੀਂ ਮੁੱਢਲੀ ਸਹਾਇਤਾ ਪੜ੍ਹ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਉਦੇਸ਼ ਕੀ ਹੈ ਰੋਗੀ ਦੀ ਜ਼ਿੰਦਗੀ ਨੂੰ ਬਚਾਉਣਾ ਮੇਨ ਇਹਦਾ ਉਦੇਸ਼ ਇਹੀ ਹੁੰਦਾ ਕਿ ਆਪਾਂ ਕਿਸੇ ਵੀ ਹਾਲਤ ਵਿੱਚ ਕੁਝ ਵੀ ਕਰਕੇ ਉਸ ਦੀ ਜ਼ਿੰਦਗੀ ਨੂੰ ਬਚਾ ਸਕੀਏ ਠੀਕ ਹੈ ਉਹਦੀ ਹਾਲਤ ਨੂੰ ਵਿਗੜਨ ਨਾ ਦੇਣਾ ਉਹਦੀ ਹਾਲਤ ਨੂੰ ਸੁਧਾਰਨਾ ਠੀਕ ਹੈ ਅਲੱਗ ਆਪਸ਼ਨਸ ਨੇ ਇਹਦਾ ਆਨਸਰ ਹੈਗਾ ਵੀ ਰੋਗੀ ਦੀ ਹਾਲਤ ਨੂੰ ਆਪਾਂ ਬਚਾਉਣਾ ਆ ਅਗਲਾ ਪ੍ਰਸ਼ਨ ਹੈ ਜੀ CPR ਕਦੋਂ ਨਹੀਂ ਕਰਨੀ ਚਾਹੀਦੀ CPR ਦਾ ਮਤਲਬ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੁੰਦਾ ਕੀ ਹੈ ਦੇਖੋ CPR ਦਾ ਅੱਗੇ ਆਪਾਂ ਪੜਾਂਗੇ ਇਹ ਕਾਰਡੀਓ ਪਲਮੋਨਰੀ ਰੀਸਸਕਿਟੇਸ਼ਨ ਹੁੰਦਾ ਦਿਲ ਨੂੰ ਦੁਬਾਰਾ ਤੋਂ ਸੁਰਜੀਤ ਕਰਨ ਦਾ ਇੱਕ ਪ੍ਰੋਸੈਸ ਹੈ ਦਿਲ ਨੂੰ ਦੁਬਾਰਾ ਤੋਂ ਜਿਉਂਦਾ ਕਰਨ ਦਾ ਇੱਕ ਪ੍ਰੋਸੈਸ ਹੈ ਠੀਕ ਹੈ ਆਪਾਂ ਕਦੋਂ ਨਹੀਂ ਕਰਨੀ ਚਾਹੀਦੀ ਜਦੋਂ ਰੋਗੀ ਨੂੰ ਦਿਲ ਦਾ ਦੌਰਾ ਪਿਆ ਹੋਵੇ ਕੁਝ ਹਾਲਾਤ ਹੁੰਦੇ ਨੇ ਕੰਡੀਸ਼ਨਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਆਪਾਂ CPR ਦੇਣਾ ਹੁੰਦਾ ਕੁਝ ਹਾਲਾਤ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਆਪਾਂ CPR ਨਹੀਂ ਦੇਣਾ ਹੁੰਦਾ ਆਪਾਂ ਦੇਣਾ ਕਦੋਂ ਨਹੀਂ ਜਦੋਂ ਮਰੀਜ਼ ਨੂੰ ਦਿਲ ਦਾ ਦੌਰਾ ਪਿਆ ਹੋਵੇ ਠੀਕ ਹੈ ਹਾਰਟ ਅਟੈਕ ਦੀਆਂ ਕੰਡੀਸ਼ਨਸ ਹੁੰਦੀਆਂ ਨੇ ਕੁਝ ਜਿਨ੍ਹਾਂ ਦੇ ਵਿੱਚ ਆਪਾਂ CPR ਨਹੀਂ ਦੇਣਾ ਹੁੰਦਾ ਅਗਲਾ ਪ੍ਰਸ਼ਨ ਹੈ ਜੀ ਮੁੱਢਲੀ ਸਹਾਇਤਾ ਸ਼ਬਦ ਦੀ ਵਰਤੋਂ ਕਦੋਂ ਸ਼ੁਰੂ ਹੋਈ ਦੇਖੋ ਇਹ ਯਾਦ ਕਰਨ ਵਾਲਾ ਕੁਐਸਚਨ ਹੈਗਾ ਹੈ ਸ਼ਬਦ ਦੀ ਵਰਤੋਂ ਕਦੋਂ ਸ਼ੁਰੂ ਹੋਈ ਸੀ 1894 ਦੇ ਵਿੱਚ ਅਗਲਾ ਪ੍ਰਸ਼ਨ ਹੈ ਜੀ ਮੁੱਢਲੀ ਸਹਾਇਤਾ ਦੀ ਲੋੜ
ਜ਼ਖਮੀ ਜਾਂ ਰੋਗੀ ਤੋਂ ਇਲਾਵਾ ਹੋਰ ਕਿਸ ਨੂੰ ਪੈਂਦੀ ਹੈ। ਮਤਲਬ ਕੋਈ ਗੰਭੀਰ ਬਿਮਾਰੀ ਵਾਲਾ ਬੰਦਾ ਸੀ ਜਾਂ ਕੋਈ ਐਕਸੀਡੈਂਟ ਵਾਲਾ ਬੰਦਾ ਸੀ, ਇਹਨਾਂ ਦੋਨਾਂ ਤੋਂ ਬਿਨਾਂ ਹੋਰ ਕਿਹਨੂੰ ਕਿਹਨੂੰ ਦੇ ਸਕਦੇ ਆਪਾਂ ਮੁੱਢਲੀ ਸਹਾਇਤਾ। ਸੱਪ ਦਾ ਡਸਣਾ, ਠੀਕ ਹੈ, ਪਾਣੀ ਵਿੱਚ ਡੁੱਬਣਾ, ਕਰੰਟ ਲੱਗਣਾ। ਸੱਪ ਦਾ ਡਸਣਾ ਕਿਉਂਕਿ ਜ਼ਹਿਰੀਲੀਆਂ ਚੀਜ਼ਾਂ ਹੁੰਦੀਆਂ ਨੇ ਕਈ ਆਪਣੇ, ਜਿਵੇਂ ਸੱਪ ਹੋ ਗਿਆ, ਕੋਈ ਹੋਰ ਜਾਨਵਰ ਹੋ ਗਿਆ, ਜਿਹਦੇ ਡੰਗਣ ਨਾਲ ਜਿਹੜਾ ਮਰੀਜ਼ ਆ ਜਾਂ ਵਿਅਕਤੀ ਉਹਨੂੰ ਸ਼ੌਕ ਹੋ ਸਕਦਾ ਹੈ, ਆਪਾਂ ਉਦੋਂ ਮੁੱਢਲੀ ਸਹਾਇਤਾ ਦੇ ਸਕਦੇ ਹਾਂ। ਪਾਣੀ ਵਿੱਚ ਡੁੱਬਣ ਨਾਲ ਵੀ ਆਪਾਂ ਨੂੰ, ਠੀਕ ਹੈ, ਉਹਦਾ ਜਿਹੜਾ ਸਾਹ ਹੁੰਦਾ ਉਹ ਬੰਦ ਹੋ ਜਾਂਦਾ, ਉਹਦੇ ਵਿੱਚ ਵੀ ਦੇਣੀ ਹੁੰਦੀ ਹੈ। ਕਰੰਟ ਲੱਗਣ ਨਾਲ ਵੀ ਕਈ ਵਾਰ ਸਾਹ ਬੰਦ ਹੋ ਜਾਂਦਾ, ਆਪਾਂ ਉਦੋਂ ਦੇਣੀ ਹੁੰਦੀ ਹੈ, ਠੀਕ ਹੈ। ਜਿਨ੍ਹਾਂ ਚੀਜ਼ਾਂ ਦੇ ਵਿੱਚ ਸਾਹ ਮਰੀਜ਼ ਦਾ ਬੰਦ ਹੋ ਸਕਦਾ, ਆਪਾਂ ਉਹਨਾਂ ਸਾਰਿਆਂ ਦੇ ਵਿੱਚ ਮੁੱਢਲੀ ਸਹਾਇਤਾ ਦੇਣੀ ਹੁੰਦੀ ਹੈ। ਅੱਗੇ ਜੀ, ਜਦੋਂ ਰੋਗੀ ਦੀ ਨਬਜ਼ ਅਤੇ ਸਾਹ ਕਿਰਿਆ ਮਹਿਸੂਸ ਨਾ ਹੋਵੇ ਅਤੇ ਅੱਖਾਂ ਦੀ ਹਿਲਜੁਲ ਨਾ ਹੋਵੇ, ਉਸਦੇ ਦਿਲ ਨੂੰ ਸੁਰਜੀਤ ਕਰਨ ਲਈ ਕੀ ਕਰਨਾ ਚਾਹੀਦਾ ਜੀ। ਤੁਹਾਨੂੰ ਪਤਾ ਹੀ ਹੈ, ਆਪਾਂ ਦਿਲ ਨੂੰ ਮੁੜ ਤੋਂ ਜ਼ਿੰਦਾ ਕਰਨ ਵਾਸਤੇ ਕੀ ਕਰਾਂਗੇ, CPR ਕਰਾਂਗੇ। ਨਬਜ਼ ਨਹੀਂ ਆ ਰਹੀ, ਸਾਹ ਨਹੀਂ, ਠੀਕ ਹੈ, ਆਪਾਂ ਨੂੰ ਫੀਲ ਹੋ ਰਿਹਾ, ਅੱਖਾਂ ਨਹੀਂ ਖੋਲ ਰਿਹਾ ਮਰੀਜ਼, ਤਾਂ ਤੁਸੀਂ CPR ਕਰਨੀ ਆ। CPR ਦਾ ਪੂਰਾ ਨਾਮ ਕੀ ਹੈ, ਆ ਗਿਆ ਜੀ ਦੇਖੋ, ਕਾਰਡੀਓ ਪਲਮੋਨਰੀ ਰਿਸਸਕਿਟੇਸ਼ਨ। ਕਾਰਡੀਓ ਮਤਲਬ ਦਿਲ, ਠੀਕ ਹੈ, ਪਲਮੋਨਰੀ ਮਤਲਬ ਧਮਨੀਆਂ ਜੋ ਵੀ ਆਪਣੀਆਂ, ਠੀਕ ਹੈ, ਨਾੜਾਂ ਹੁੰਦੀਆਂ ਨੇ। ਰਿਸਸਕਿਟੇਸ਼ਨ ਦੁਬਾਰਾ ਤੋਂ ਜਿੰਦਾ ਕਰਨਾ, ਠੀਕ ਹੈ ਜੀ। ਅਗਲਾ ਪ੍ਰਸ਼ਨ ਹੈ, ਰੋਗੀ ਨੂੰ CPR ਕਰਦੇ ਸਮੇਂ ਉਸਦੇ ਦਿਲ ਉੱਤੇ ਦੋਨੇ ਹਥੇਲੀਆਂ ਰੱਖ ਕੇ ਕਿੰਨੀ ਵਾਰੀ ਦਬਾਉਣਾ ਚਾਹੀਦਾ ਹੈ, ਕਿੰਨੀ ਵਾਰ ਦਬਾਅ ਪਾਉਣਾ ਚਾਹੀਦਾ ਹੈ। ਦੇਖੋ, ਦਬਾਅ ਪਾਉਣਾ ਮਤਲਬ CPR ਦੇਣਾ, ਹੈ ਨਾ। CPR ਤੁਹਾਨੂੰ ਪਤਾ ਹੈ ਕਿਵੇਂ ਦਿੰਦੇ ਆ ਆਪਾਂ, ਮਰੀਜ਼ ਦੇ ਛਾਤੀ ਦੇ ਉੱਪਰ ਦੋਨੇ ਹਥੇਲੀਆਂ ਨਾਲ ਪ੍ਰੈਸ਼ਰ ਪਾਉਂਦੇ ਆ, ਦਬਾਅ ਪਾਉਂਦੇ ਆ, ਠੀਕ ਹੈ। ਦਬਾਅ ਜਿਹੜਾ ਪਾਉਂਦੇ ਆ ਉਹਨੂੰ ਆਪਾਂ CPR ਕਹਿੰਦੇ ਆ। ਇਹਦੇ ਵਿੱਚ ਆਪਾਂ 30 ਵਾਰੀ, ਇੱਕ ਵਾਰ 'ਚ 30 ਵਾਰੀ ਦਬਾਅ ਪਾਉਣਾ ਹੁੰਦਾ, ਇੱਕ ਵਾਰ 'ਚ ਆਪਾਂ 30 ਵਾਰੀ ਪਾਉਣਾ ਹੁੰਦਾ, 1 ਮਿੰਟ ਦੇ ਵਿੱਚ ਆਪਾਂ 100 ਵਾਰੀ, ਠੀਕ ਹੈ। ਇਹਦੇ ਵਿੱਚ 30 ਵਾਰੀ ਦਬਾਅ ਪਾਉਣ ਤੋਂ ਬਾਅਦ ਆਪਾਂ ਫਿਰ 2 ਸਾਹ ਦੇਣੇ ਹੁੰਦੇ ਨੇ ਜੀ। ਤੁਹਾਨੂੰ ਇਹ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਵੀ ਕਿੰਨੇ ਸਾਹ ਦੇਣੇ ਨੇ, ਠੀਕ ਹੈ, ਕਿੰਨਾ ਦਬਾਅ ਪਾਉਣਾ। ਇੱਕ ਵਾਰ ਦੇ ਵਿੱਚ 30 ਵਾਰੀ ਦਬਾਅ ਪਾ ਕੇ 2 ਸਾਹ ਦੇਣੇ ਹੁੰਦੇ ਨੇ, ਠੀਕ ਹੈ। ਦਬਾਅ ਪਾਉਣਾ, 2 ਸਾਹ ਦੇਣੇ ਨੇ, 1 ਮਿੰਟ ਵਿੱਚ ਆਪਾਂ 100 ਵਾਰੀ ਦਬਾਅ ਪਾ ਸਕਦੇ ਹਾਂ। ਇਹ ਬੱਚਿਆਂ ਦੇ ਵਿੱਚ ਤੇ ਵੱਡਿਆਂ ਦੇ ਵਿੱਚ ਅਲੱਗ-ਅਲੱਗ ਹੁੰਦਾ। ਬੱਚਿਆਂ ਦੇ ਵਿੱਚ ਅੱਧਾ ਰਹਿ ਜਾਂਦਾ, ਠੀਕ ਹੈ, 15 ਕੁ ਵਾਰ ਹੁੰਦਾ ਆ। ਤੇ ਜਿਹੜਾ ਇਸ ਤੋਂ ਇਲਾਵਾ ਤੁਸੀਂ ਇਹ ਦੇਖਣਾ ਹੈ ਕਿ ਆਪਾਂ ਜਿਹੜਾ ਦਬਾਅ ਕਿੰਨਾ ਪਾਉਣਾ ਹੈ, ਕਿੰਨੇ ਇੰਚ ਪਾਉਣਾ। ਜਿਹੜਾ ਇਹ ਦਬਾਅ ਹੁੰਦਾ ਜੀ, ਆਪਾਂ ਇਹ 2 ਤੋਂ 2.5 ਇੰਚ ਤੱਕ ਪਾਉਣਾ ਹੁੰਦਾ। 2 ਤੋਂ 2.5 ਸਮਝ ਲਓ ਜੀ ਤੁਸੀਂ। ਜਿਹੜਾ ਜਦੋਂ ਤੁਸੀਂ ਦੋਨੇ ਹਥੇਲੀਆਂ, ਠੀਕ ਹੈ, ਇੱਕ ਆਪਣੀ ਹੱਥ ਨੂੰ ਦੂਜੇ ਹੱਥ ਦੇ ਉੱਪਰ ਰੱਖ ਕੇ ਦਬਾਅ ਪਾਉਣਾ, ਛਾਤੀ ਦੇ ਉੱਪਰ ਪਾਉਣਾ ਹੁੰਦਾ। ਥੋੜਾ ਜਿਹਾ ਨੀਚੇ ਸਟਰਨਮ ਹੁੰਦਾ, ਠੀਕ ਹੈ, ਬਿਲਕੁਲ ਸੈਂਟਰ ਦੇ ਵਿੱਚ, ਥੋੜਾ ਜਿਹਾ ਨੀਚੇ ਆ ਕੇ ਜਿੱਥੇ ਆਪਾਂ ਕਹਿੰਦੇ ਨਾ ਕਾਲਜਾ ਹੁੰਦਾ ਆਪਣਾ, ਜਾਂ ਤੁਸੀਂ ਕਹਿ ਲਓ ਆਪਣਾ ਐਪੀਗੈਸਟ੍ਰਿਕ ਏਰੀਆ ਹੁੰਦਾ, ਉਸ ਜਗ੍ਹਾ ਤੇ ਆਪਾਂ ਦਬਾਅ ਪਾਉਣਾ ਹੁੰਦਾ। ਇਹ ਦਬਾਅ ਜੀ 2.5 ਇੰਚ ਤੱਕ ਹੀ ਪਾਉਣਾ ਹੁੰਦਾ ਵੱਡਿਆਂ ਦੇ ਵਿੱਚ। ਛੋਟੇ ਬੱਚਿਆਂ ਦੇ ਵਿੱਚ ਆਪਾਂ 1 ਤੋਂ 1.5 ਇੰਚ ਦੇ ਵਿੱਚ ਪਾਉਣਾ ਹੁੰਦਾ, ਠੀਕ ਹੈ ਜੀ। ਓਕੇ ਜੀ, ਥੈਂਕ ਯੂ। ਅਗਰ ਵੀਡੀਓ ਪਸੰਦ ਆਏ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ।